ਖਬਰਾਂ ਦੇ ਅੱਜ ਦੇ ਬੁਲੇਟਿਨ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਸਤਪਾਲ ਸਿੰਘ ਜੌਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੋਵੇ ਤਾਂ 416 895 3784 4168953784 ਟੈਲੀਫੋਨ ਨੰਬਰ ਹੈ। ਅੱਜ ਇਸ ਸਾਲ 2021 ਦਾ 123ਵਾਂ ਦਿਨ ਹੈ ਤੇ ਮਈ ਮਹੀਨਾ ਸ਼ੁਰੂ ਹੋ ਚੁੱਕਾ ਹੈ ਤੇ ਇਹ ਜੋ ਮਹੀਨਾ ਮਈ ਦਾ ਹੋਏਗਾ, ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਅਨਾਉਂਸ ਕੀਤਾ ਗਿਆ ਕਿ ਦੇਸ਼ ਭਰ ਦੇ ਵਿੱਚ ਜੋ ਏਸ਼ੀਅਨ ਕੈਨੇਡੀਅਨਜ਼ ਆਪਣੀਆਂ ਮਿਹਨਤਾਂ ਦੇ ਨਾਲ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ, ਉਹਨਾਂ ਨੂੰ ਸਮਰਪਿਤ ਹੋਵੇਗਾ। ਕੈਨੇਡਾ ਵੱਲੋਂ ਸਮੇਂ-ਸਮੇਂ ਤੇ ਇਮੀਗ੍ਰੈਂਟ ਕਮਿਊਨਿਟੀਜ਼ ਦੇ ਵੱਲੋਂ ਪਾਏ ਜਾਂਦੇ ਯੋਗਦਾਨ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹਿੰਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਭਰ ਦੇ ਵਿੱਚ ਹੁਣ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 6.5 ਲੱਖ ਦੇ ਕਰੀਬ ਹੋ ਚੁੱਕੀ ਹੈ। ਇਹਨਾਂ ਦੇ ਵਿੱਚੋਂ 1/3 ਤੇ ਜਾਂ ਫਿਰ ਕਹਿ ਲਓ ਵੀ 2.25 ਲੱਖ ਸਟੂਡੈਂਟਸ ਭਾਰਤ ਦੇਸ਼ ਤੋਂ ਨੇ ਅਤੇ ਇਹਨਾਂ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚੋਂ ਬਹੁਤ ਗਿਣਤੀ ਹੈ ਉਹ ਓਨਟਾਰੀਓ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿੱਚ ਪੜ੍ਹਦੇ ਨੇ ਤੇ ਪੜ੍ਹਦੀਆਂ ਨੇ। ਇਸੇ ਦੌਰਾਨ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਓਨਟਾਰੀਓ ਦੀ ਸਰਕਾਰ ਦੇ ਵੱਲੋਂ ਬੀਤੇ ਹਫ਼ਤੇ ਕੈਨੇਡਾ ਦੀ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਹਾਲ ਦੀ ਘੜੀ ਆਰਜ਼ੀ ਤੌਰ ਤੇ ਵਿਦੇਸ਼ਾਂ ਤੋਂ ਆ ਰਹੇ ਸਟੂਡੈਂਟਸ ਦੀ ਓਨਟਾਰੀਓ ਦੇ ਵਿੱਚ ਆਮਦ ਤੇ ਰੋਕ ਲੱਗਣੀ ਚਾਹੀਦੀ ਹੈ, ਜਿਸ ਤੇ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਰੈਂਪਟਨ ਨੇੜੇ ਕੈਲੀਡਨ ਤੋਂ ਵੀਕਐਂਡ ਦੇ ਦੌਰਾਨ ਦੁਖਦਾਈ ਖਬਰ ਇਹ ਪ੍ਰਾਪਤ ਹੋਈ ਕਿ 32 ਸਾਲ ਦੀ ਉਮਰ ਦੇ ਜਸਵੰਤ ਸਿੰਘ ਸੰਧੂ, ਜੋ ਕਿ ਸੋਨੂ ਸੰਧੂ ਕਰਕੇ ਵੀ ਜਾਣੇ ਜਾਂਦੇ ਸਨ, ਉਹਨਾਂ ਦੀ ਟਰੱਕ ਦਾ ਟਾਇਰ ਬਦਲਦੇ ਹੋਏ ਟਰੱਕ ਇੱਕ ਪਾਸੇ ਨੂੰ ਉਹਨਾਂ ਦੇ ਉੱਪਰ ਹੀ ਡਿੱਗ ਪੈਣ ਕਰਕੇ ਮੌਕੇ ਤੇ ਮੌਤ ਹੋਈ। ਇਹ ਜੋ ਘਟਨਾ ਹੈ ਇਹ ਕੈਲੀਡਨ ਦੇ ਵਿੱਚ ਕਿੰਗ ਸਟਰੀਟ ਦੇ ਲਾਗੇ 에ਅਰਪੋਰਟ ਰੋਡ ਤੇ ਸਥਿਤ ਟਰੱਕ ਯਾਰਡ ਦੇ ਵਿੱਚ ਵਾਪਰੀ ਦੱਸੀ ਜਾਂਦੀ ਹੈ। ਟਰੱਕ ਜਿਸ ਤਰੀਕੇ ਦੇ ਨਾਲ ਡਿੱਗਿਆ ਤੇ ਸੋਨੂ ਉਸ ਦੇ ਥੱਲੇ ਆ ਕੇ ਮੌਕੇ ਤੇ ਆਪਣੀ ਜਾਨ ਗਵਾ ਗਿਆ। ਹੁਣ ਇਸ ਘਟਨਾ ਦੀ ਜਾਂਚ ਪੁਲਿਸ ਤੇ ਓਨਟਾਰੀਓ ਦਾ ਕਿਰਤ ਮੰਤਰਾਲਾ ਕਰ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੂਨੋ ਨੇ ਆਖਿਆ ਕਿ 30 ਜੂਨ 2021 ਤੱਕ ਜਿੰਨੀਆਂ ਵੀ ਕੇਅਰ ਗਿਵਰਸ ਦੀਆਂ ਐਪਲੀਕੇਸ਼ਨਸ ਮਿਲੀਆਂ ਨੇ, ਉਹਨਾਂ ਦੇ ਵਿੱਚੋਂ 1500 ਦੇ ਲਗਭਗ ਨੂੰ ਪ੍ਰੋਸੈਸ ਕਰ ਦਿੱਤਾ ਜਾਵੇਗਾ, ਭਾਵ ਕਿ ਉਹਨਾਂ ਤੇ ਫੈਸਲੇ ਕਰ ਦਿੱਤੇ ਜਾਣਗੇ। ਇਹ ਵੀ ਕਿ ਇਸ ਮਈ ਮਹੀਨੇ ਦੇ ਦੌਰਾਨ ਲਗਾਤਾਰ ਜਿਹੜੇ ਕੇਅਰ ਗਿਵਰਸ ਨੇ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਐਕਨੋਲੇਜਮੈਂਟਸ ਦੀਆਂ ਚਿੱਠੀਆਂ ਆਉਂਦੀਆਂ ਰਹਿਣਗੀਆਂ। ਇਸ ਸਾਲ 2021 ਦੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਲਗਭਗ 6000 ਦੇ ਕਰੀਬ ਜੋ ਕੇਅਰ ਗਿਵਰਸ ਦੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਣਾ। ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਹੋਮ ਸਪੋਰਟ ਵਰਕਰ ਜਾਂ ਫਿਰ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦੇ ਤੌਰ ਤੇ ਅਪਲਾਈ ਕੀਤਾ ਹੋਇਆ ਹੈ, ਉਹਨਾਂ ਨੂੰ ਨਵੇਂ ਸਿਰੇ ਤੋਂ ਅਪਲਾਈ ਕਰਨ ਦੀ ਲੋੜ ਨਹੀਂ ਹੈ। ਜੇਕਰ ਉਹਨਾਂ ਦੀ ਐਪਲੀਕੇਸ਼ਨ ਪਿਛਲੇ ਸਾਲ 2020 ਦੇ ਦੌਰਾਨ ਕੀਤੀ ਗਈ ਸੀ ਤਾਂ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ। ਕੈਨੇਡਾ ਦੇ ਵਿੱਚ ਜਿਉਂ-ਜਿਉਂ ਹੁਣ ਗਰਮ ਰੁੱਤ ਆਉਂਦੀ ਜਾਵੇਗੀ ਤੇ ਫਿਰ ਇਹ ਰੁੱਤ ਸੜਕਾਂ ਤੇ ਮੋਟਰਸਾਈਕਲ ਚਲਾਉਣ ਦੀ ਵੀ ਹੁੰਦੀ ਹੈ, ਪਰ ਮੋਟਰਸਾਈਕਲ ਕੈਨੇਡਾ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ, ਇਹ ਇੱਕ ਹੌਬੀ ਹੈ। ਇਸ ਹੌਬੀ ਦੇ ਕਰਕੇ ਹੀ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਹਰ ਸਾਲ ਓਨਟਾਰੀਓ ਦੀਆਂ ਸੜਕਾਂ ਤੇ ਜਾਨਾਂ ਗਵਾ ਜਾਂਦੇ ਨੇ ਮੋਟਰਸਾਈਕਲ ਚਲਾਉਂਦੇ ਹੋਏ ਤੇ ਜਾਂ ਫਿਰ ਮੋਟਰਸਾਈਕਲ ਦੀ ਸਵਾਰੀ ਕਰਦੇ ਹੋਏ। ਤੇ ਤਾਂ ਕਿ ਭਈ ਸੜਕਾਂ ਤੇ ਮੋਟਰਸਾਈਕਲ ਸਵਾਰ ਸੁਰੱਖਿਅਤ ਰਹਿਣ, ਇਸ ਸਿਲਸਿਲੇ ਦੇ ਵਿੱਚ ਮਈ ਮਹੀਨੇ ਨੂੰ ਓਨਟਾਰੀਓ ਦੇ ਵਿੱਚ ਮੋਟਰਸਾਈਕਲ ਸੇਫਟੀ ਅਵੇਅਰਨੈਸ ਮੰਥ ਦੇ ਵਜੋਂ ਮਨਾਇਆ ਜਾ ਰਿਹਾ ਹੈ। ਹੁਣ ਜਦੋਂ ਕਿ 2021 ਦਾ ਮੋਟਰਸਾਈਕਲ ਚਲਾਉਣ ਦਾ ਸੀਜ਼ਨ ਤਾਂ ਅਜੇ ਸ਼ੁਰੂ ਹੋਣ ਦੇ ਕਰੀਬ ਹੈ, ਪਰ ਹੁਣ ਤੱਕ ਓਨਟਾਰੀਓ ਦੀਆਂ ਸੜਕਾਂ ਤੇ ਇਸ ਸਾਲ ਦੇ ਵਿੱਚ 4 ਮੋਟਰਸਾਈਕਲ ਸਵਾਰਾਂ ਦੀਆਂ ਮੌਤਾਂ ਹੋ ਵੀ ਚੁੱਕੀਆਂ ਨੇ ਵੱਖ-ਵੱਖ ਐਕਸੀਡੈਂਟਸ ਦੇ ਵਿੱਚ। ਪ੍ਰਮੁੱਖ ਤੌਰ ਤੇ ਜੋ ਮੋਟਰਸਾਈਕਲ ਸਵਾਰਾਂ ਨੂੰ ਜਾਂ ਚਾਲਕਾਂ ਨੂੰ ਹਾਦਸੇ ਪੇਸ਼ ਆਉਂਦੇ ਨੇ, ਪੁਲਿਸ ਦਾ ਇਹ ਦਾਅਵਾ ਹੈ ਕਿ ਇਹ ਬਹੁਤ ਜ਼ਿਆਦਾ ਸਪੀਡਿੰਗ, ਕਹਿ ਲਓ ਕਿ ਵੀ ਐਕਸੈਸਿਵ ਸਪੀਡਿੰਗ ਕਰਕੇ ਦੁਰਘਟਨਾਵਾਂ ਵਾਪਰਦੀਆਂ ਨੇ, ਭਾਵ ਕਿ ਬਹੁਤ ਜ਼ਿਆਦਾ ਤੇਜ਼ ਜੋ ਮੋਟਰਸਾਈਕਲ ਭਜਾਏ ਜਾਂਦੇ ਨੇ ਸੜਕਾਂ ਤੇ ਅਕਸਰ। ਪਿਛਲੇ ਸਾਲ 2020 ਦੇ ਦੌਰਾਨ ਕੋਰੋਨਾ ਵਾਇਰਸ ਕਰਕੇ ਤਾਂ ਭਾਵੇਂ ਦੇਸ਼ ਭਰ ਦੇ ਵਿੱਚ ਤਾਲਾਬੰਦੀ ਵੀ ਰਹੀ, ਪਰ ਫਿਰ ਵੀ ਮੋਟਰਸਾਈਕਲ ਚਾਲਕਾਂ ਦੀ ਗਰਮੀਆਂ ਦੇ ਰੁੱਤ ਦੇ ਦੌਰਾਨ ਓਨਟਾਰੀਓ ਦੇ ਵਿੱਚ ਜੋ ਮੌਤਾਂ ਹੋਣ ਦਾ ਅੰਕੜਾ ਉਹ 42 ਹੈ। ਸੋ 42 ਮੋਟਰਸਾਈਕਲ ਸਵਾਰ ਓਨਟਾਰੀਓ ਦੀਆਂ ਸੜਕਾਂ ਤੇ ਪਿਛਲੇ ਸਾਲ ਮਾਰੇ ਗਏ ਸਨ। ਉਹਨਾਂ 42 ਮ੍ਰਿਤਕਾਂ ਦੇ ਵਿੱਚ 37 ਮੋਟਰਸਾਈਕਲ ਸਵਾਰ ਅਜਿਹੇ ਸਨ ਜਿਨ੍ਹਾਂ ਦਾ ਕਿ ਐਕਸੀਡੈਂਟ ਕਿਸੇ ਹੋਰ ਗੱਡੀ ਦੇ ਨਾਲ ਨਹੀਂ ਹੋਇਆ, ਭਾਵ ਕਿ ਉਹਨਾਂ ਦਾ ਆਪਣਾ ਮੋਟਰਸਾਈਕਲ ਆਪੇ ਹੀ ਸੜਕ ਤੇ ਲੈ ਕੇ ਜਾਂ ਸੜਕ ਤੇ ਪਲਟੀਆਂ ਵੱਜ ਗਈਆਂ ਤੇਜ਼ ਰਫ਼ਤਾਰੀ ਕਰਕੇ ਤੇ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਮੌਤ ਹੁੰਦੀ ਰਹੀ। ਇਹ ਵੀ ਕਿ 2019 ਦੇ ਵਿੱਚ ਓਨਟਾਰੀਓ ਦੀਆਂ ਸੜਕਾਂ ਤੇ 27 ਮੋਟਰਸਾਈਕਲ ਸਵਾਰਾਂ ਦੀਆਂ ਜਾਨਾਂ ਗਈਆਂ ਸੀ, ਜੋ ਕਿ 2020 ਦੇ ਵਿੱਚ ਲਗਭਗ ਦੁੱਗਣੀਆਂ ਹੋ ਗਈਆਂ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਮੋਟਰਸਾਈਕਲ ਨੂੰ ਪੋਸਟਡ ਸਪੀਡ ਤੇ ਚਲਾਇਆ ਜਾਣਾ ਚਾਹੀਦਾ ਹੈ, ਸ਼ਰਾਬੀ ਜਾਂ ਨਸ਼ਈ ਹੋ ਕੇ ਮੋਟਰਸਾਈਕਲ ਨਹੀਂ ਚਲਾਇਆ ਜਾਣਾ ਚਾਹੀਦਾ ਤੇ ਕਿਸੇ ਵੀ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਆ ਕੇ ਸੜਕਾਂ ਤੇ ਡਰਾਈਵਿੰਗ ਨਹੀਂ ਕੀਤੀ ਜਾਣੀ ਚਾਹੀਦੀ ਤੇ ਬੇਧਿਆਨੀ ਦੇ ਨਾਲ ਗੱਡੀ ਚਲਾਉਣ ਤੇ ਮੋਟਰਸਾਈਕਲ ਚਲਾਉਣ ਤੋਂ ਜ਼ਰੂਰ ਸਾਵਧਾਨ ਰਹਿਣਾ ਚਾਹੀਦਾ ਸਾਰੇ ਡਰਾਈਵਰਾਂ ਨੂੰ, ਆਪਣੀ ਸੁਰੱਖਿਆ ਤੇ ਹੋਰਨਾਂ ਦੀ ਸੁਰੱਖਿਆ ਦੇ ਹਿੱਤ ਦੇ ਵਿੱਚ। ਓਨਟਾਰੀਓ ਦੇ ਵਿੱਚ ਹੁਣ ਜਿੰਨੇ ਵੀ ਚਾਈਲਡ ਕੇਅਰ ਵਰਕਰਸ ਨੇ ਉਹ ਵੀ ਟੀਚਿੰਗ ਸਟਾਫ ਦੇ ਨਾਲ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣ ਦੇ ਯੋਗ ਹੋ ਗਏ ਨੇ, ਪਰ ਹਾਲ ਦੀ ਘੜੀ ਇਹ ਸਹੂਲਤ ਸਿਰਫ ਤੇ ਸਿਰਫ ਉਹਨਾਂ ਚਾਈਲਡ ਕੇਅਰ ਵਰਕਰਸ ਵਾਸਤੇ ਹੈ ਜੋ ਕਿ ਲਾਇਸੈਂਸਡ ਲੋਕੇਸ਼ਨਸ ਦੇ ਵਿੱਚ ਕੰਮ ਕਰਦੇ ਨੇ। ਓਨਟਾਰੀਓ ਦੇ ਆਨਲਾਈਨ ਪੋਰਟਲ ਤੇ ਜਾ ਕੇ ਅੱਜ ਤੋਂ ਹੀ ਉਹਨਾਂ ਦੀ ਅਪਾਇੰਟਮੈਂਟ ਬਣਨੀ ਸ਼ੁਰੂ ਹੋ ਗਈ ਹੈ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਰਿਕਾਰਡ ਦੇ ਮੁਤਾਬਕ ਕੈਨੇਡਾ ਦੇ ਜੋ 4 ਇੰਟਰਨੈਸ਼ਨਲ ਹਵਾਈ ਅੱਡੇ ਖੁੱਲ੍ਹੇ ਨੇ, ਜਿਸ ਦੇ ਵਿੱਚ ਟੋਰਾਂਟੋ, ਮੌਂਟਰੀਅਲ, ਕੈਲਗਰੀ ਤੇ ਵੈਨਕੂਵਰ ਸ਼ਾਮਲ ਨੇ, ਉਹਨਾਂ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਦੌਰਾਨ 2000 ਦੇ ਲਗਭਗ ਇੰਟਰਨੈਸ਼ਨਲ ਟਰੈਵਲਰ ਜੋ ਨੇ ਉਹ ਕੋਰੋਨਾ ਵਾਇਰਸ ਤੋਂ ਪੋਜ਼ਿਟਿਵ ਟੈਸਟ ਕੀਤੇ ਗਏ ਨੇ। 22 ਫਰਵਰੀ ਤੋਂ ਹਰੇਕ ਇੰਟਰਨੈਸ਼ਨਲ ਟਰੈਵਲਰ ਨੂੰ ਕੈਨੇਡਾ ਦੇ ਵਿੱਚ ਪਹੁੰਚ ਕੇ ਸਰਕਾਰ ਦੇ ਮਾਨਤਾ ਪ੍ਰਾਪਤ ਹੋਟਲ ਦੇ ਵਿੱਚ ਏਅਰਪੋਰਟ ਦੇ ਨਜ਼ਦੀਕ ਘੱਟੋ-ਘੱਟ 3 ਦਿਨ ਰਹਿਣਾ ਪੈਂਦਾ ਹੈ ਤੇ ਉਹ ਸ਼ਰਤ ਹਾਲ ਦੀ ਘੜੀ ਉਸੇ ਤਰੀਕੇ ਦੇ ਨਾਲ ਲਾਗੂ ਹੈ, ਭਾਵੇਂ ਕਿ ਭਾਰਤ ਤੋਂ ਹੁਣ ਕੈਨੇਡਾ ਵੱਲੋਂ ਉਡਾਨਾਂ ਤੇ ਪਾਬੰਦੀ ਲਗਾਈ ਹੋਈ ਹੈ। 22 ਫਰਵਰੀ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤੱਕ ਲਗਭਗ 2000 ਦੇ ਕਰੀਬ ਜੋ ਲੋਕ ਨੇ ਉਹ ਏਅਰਪੋਰਟਸ ਦੇ ਅੰਦਰ ਪੋਜ਼ਿਟਿਵ ਟੈਸਟ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਕਿ ਵੱਡੀ ਗਿਣਤੀ ਜੋ ਟੈਸਟ ਨੇ ਉਹ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਅੰਦਰ ਪੋਜ਼ਿਟਿਵ ਪਾਏ ਗਏ ਤੇ ਵੈਨਕੂਵਰ ਦਾ ਦੂਸਰਾ ਨੰਬਰ ਦੱਸਿਆ ਜਾਂਦਾ ਹੈ। ਇਸੇ ਦੌਰਾਨ ਹੀ 22 ਫਰਵਰੀ ਤੋਂ ਲੈ ਕੇ ਜਦੋਂ ਤੋਂ ਕਿ ਇਹ ਸਖਤ ਸ਼ਰਤਾਂ ਕੈਨੇਡੀਅਨ ਹਵਾਈ ਅੱਡਿਆਂ ਦੇ ਅੰਦਰ ਲਾਗੂ ਕੀਤੀਆਂ ਗਈਆਂ ਸਨ, ਉਦੋਂ ਤੋਂ ਲੈ ਕੇ 28 ਫਰਵਰੀ ਤੱਕ 331 ਅਜਿਹੇ ਇੰਟਰਨੈਸ਼ਨਲ ਟਰੈਵਲਰ ਹਵਾਈ ਅੱਡਿਆਂ ਤੇ ਪਹੁੰਚੇ ਨੇ, ਜਿਨ੍ਹਾਂ ਨੇ ਕਿ ਆਪਣਾ ਕੋਵਿਡ-19 ਦਾ ਪੋਜ਼ਿਟਿਵ ਟੈਸਟ ਇਮੀਗ੍ਰੇਸ਼ਨ ਆਫੀਸਰਸ ਨੂੰ ਦਿੱਤਾ। ਉਹ ਪੋਜ਼ਿਟਿਵ ਟੈਸਟ ਜੋ ਫਲਾਈਟ ਤੋਂ 14 ਦਿਨ ਤੋਂ ਲੈ ਕੇ 90 ਦਿਨ ਪਹਿਲਾਂ ਤੱਕ ਦਾ ਹੋਵੇ, ਉਸ ਵਿਅਕਤੀ ਨੂੰ ਫਿਰ ਏਅਰਪੋਰਟ ਦੇ ਨੇੜੇ 3 ਦਿਨ ਹੋਟਲ ਦੇ ਵਿੱਚ ਰੁਕਣ ਦੀ ਲੋੜ ਨਹੀਂ ਹੁੰਦੀ। ਕੈਨੇਡਾ ਭਰ ਦੇ ਵਿੱਚ ਹੁਣ ਤੱਕ ਲਗਭਗ ਪੌਣੇ 14 ਮਿਲੀਅਨ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦਵਾਈ ਦਾ ਘੱਟੋ-ਘੱਟ ਇੱਕ ਟੀਕਾ ਲੱਗ ਚੁੱਕਾ ਹੈ ਤੇ ਇਹ ਵੈਕਸੀਨੇਸ਼ਨ ਦਾ ਜੋ ਪ੍ਰੋਸੈਸ ਹੈ ਅਗਲੇ ਦਿਨਾਂ ਦੇ ਵਿੱਚ ਜੰਗੀ ਪੱਧਰ ਤੇ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ, ਕਿਉਂਕਿ ਕੈਨੇਡਾ ਨੂੰ ਭਰਵੀਂ ਗਿਣਤੀ ਦੇ ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨਜ਼ ਦੀ ਸਪਲਾਈ ਮਿਲਣੀ ਹੈ। ਓਨਟਾਰੀਓ ਦੇ ਹਸਪਤਾਲਾਂ ਦੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਜੋ ਮਰੀਜ਼ ਦਾਖਲ ਨੇ, ਉਹਨਾਂ ਦੀ ਗਿਣਤੀ 1960 ਤੋਂ ਜ਼ਿਆਦਾ ਦੱਸੀ ਜਾਂਦੀ ਹੈ, ਪਰ ਇਹ 1960 ਦੇ ਵਿੱਚੋਂ ਅੱਧੇ ਮਰੀਜ਼ ਜੋ ਨੇ ਉਹ ICU ਦੇ ਵਿੱਚ ਦਾਖਲ ਨੇ। ਕਹਿਣ ਦਾ ਮਤਲਬ ਕਿ ਉਹਨਾਂ ਦੀ ਦੇਖਭਾਲ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜੋ ਮਰੀਜ਼ ਬਿਮਾਰੀ ਕਰਕੇ ਸਾਹ ਵੀ ਨਹੀਂ ਲੈ ਸਕਦੇ, ਉਹਨਾਂ ਦੀ ਗਿਣਤੀ 615 ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਹਸਪਤਾਲਾਂ ਦੇ ਵੈਂਟੀਲੇਟਰਸ ਦੇ ਵਿੱਚ ਰੱਖਿਆ ਜਾ ਰਿਹਾ ਹੈ। ਬਹੁ ਗਿਣਤੀ ਜੋ ਇਹਨਾਂ ਮਰੀਜ਼ਾਂ ਦੇ ਵਿੱਚੋਂ ਹਨ ਉਹ ਟੋਰਾਂਟੋ, ਯਾਰਕ ਤੇ ਪੀਲ ਰੀਜਨਸ ਤੋਂ ਨੇ। ਇਹ ਵੀ ਕਿ ਇਹਨਾਂ ਦਿਨਾਂ ਦੇ ਦੌਰਾਨ ਕੋਰੋਨਾ ਵਾਇਰਸ ਤੋਂ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਪੀੜਤ ਹੋ ਰਹੇ ਨੇ, ਉਹਨਾਂ ਦਾ ਉਮਰ ਗਰੁੱਪ ਵੀ 20 ਸਾਲ ਤੋਂ ਲੈ ਕੇ 39 ਸਾਲ ਤੱਕ ਦੱਸਿਆ ਜਾਂਦਾ ਹੈ। ਪਿਛਲੇ ਹਫ਼ਤਾਂਤ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਓਨਟਾਰੀਓ ਦੇ ਵਿੱਚ ਹੁਣ ਤੱਕ ਪਿਛਲੇ 13 ਕੁ ਮਹੀਨਿਆਂ ਦੇ ਦੌਰਾਨ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਜੋ ਕੁੱਲ ਮੌਤਾਂ ਦੀ ਗਿਣਤੀ ਆ ਉਹ 8100 ਤੋਂ ਵੀ ਉੱਪਰ ਹੋ ਗਈ ਹੈ। ਇਸ ਹਫ਼ਤਾ ਅੰਤ ਦੌਰਾਨ ਸ਼ਨੀਚਰਵਾਰ ਨੂੰ ਓਨਟਾਰੀਓ ਦੇ ਵਿੱਚ 29 ਮੌਤਾਂ ਹੋਈਆਂ ਸਨ ਤੇ ਐਤਵਾਰ ਨੂੰ 23 ਮੌਤਾਂ ਰਿਪੋਰਟ ਕੀਤੀਆਂ ਗਈਆਂ ਸਨ। ਸੋ ਇਸ ਤਰ੍ਹਾਂ ਓਨਟਾਰੀਓ ਦੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਰਕੇ 8102 ਮਰੀਜ਼ ਜੋ ਹਨ ਉਹ ਆਪਣੀ ਜਾਨ ਗਵਾ ਚੁੱਕੇ ਨੇ। ਉਧਰ ਬਰੈਂਪਟਨ, ਮਿਸਿਸਾਗਾ ਤੇ ਕੈਲਗਰੀ ਦੇ ਵਿੱਚ ਹੁਣ ਤੱਕ ਪੀਲ ਰੀਜਨ ਦੇ ਵੱਲੋਂ ਘੱਟੋ-ਘੱਟ 16 ਬਿਜ਼ਨੈਸਸ ਜੋ ਹਨ ਇਹ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਕਰਕੇ ਬੰਦ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਨੇ। ਉਹ ਬਿਜ਼ਨੈਸਸ ਜਿਨ੍ਹਾਂ ਦੇ ਵਿੱਚ ਕਿ 2 ਹਫ਼ਤਿਆਂ ਦੇ ਦੌਰਾਨ 5 ਜਾਂ ਉਸ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਆ ਜਾਣ, ਉਹਨਾਂ ਨੂੰ ਘੱਟੋ-ਘੱਟ 10 ਦਿਨਾਂ ਲਈ ਬੰਦ ਕੀਤਾ ਜਾਂਦਾ। ਓਨਟਾਰੀਓ ਦੇ ਵਿੱਚ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਲੋਕ ਪਾਏ ਜਾਂਦੇ ਨੇ, ਉਹ ਘੱਟੋ-ਘੱਟ 114 ਇਲਾਕੇ ਜੋ ਹਨ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਨੂੰ ਕਿ ਹੌਟ ਸਪੌਟਸ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹਨਾਂ ਦੇ ਵਿੱਚ ਬਰੈਂਪਟਨ, ਮਿਸਿਸਾਗਾ ਤੇ ਕੈਲਗਰੀ ਵੀ ਸ਼ਾਮਲ ਨੇ ਤੇ ਹੁਣ ਇਹਨਾਂ ਹੌਟ ਸਪੌਟਸ ਦੇ ਵਿੱਚ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਅੱਜ ਸਵੇਰ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣ ਦੀ ਅਪਾਇੰਟਮੈਂਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਇਹਨਾਂ ਹੌਟ ਸਪੌਟਸ ਦੇ ਵਿੱਚ ਓਨਟਾਰੀਓ ਦੀ ਗਵਰਨਮੈਂਟ ਵੱਲੋਂ ਵੈਕਸੀਨ ਦੀ ਸਪਲਾਈ ਵੀ 50% ਤੱਕ ਵਧਾ ਦਿੱਤੀ ਗਈ ਹੈ। ਅਪਾਇੰਟਮੈਂਟ ਵਾਸਤੇ ਟੈਲੀਫੋਨ ਨੰਬਰ 905791 5202 ਹੈ ਤੇ ਜਾਂ ਫਿਰ ਪੀਲ ਰੀਜਨ ਦੇ ਆਨਲਾਈਨ ਪੋਰਟਲ ਤੇ ਵੀ ਜਾ ਕੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਅਲਬਰਟਾ ਪ੍ਰੋਵਿੰਸ ਦੇ ਮੁੱਖ ਮੰਤਰੀ ਜੇਸਨ ਕੈਨੀ ਨੇ ਉੱਥੋਂ ਦੀ ਵਿਧਾਨ ਸਭਾ ਨੂੰ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਦੇ ਲਈ ਅਗਲੇ 2 ਹਫ਼ਤਿਆਂ ਵਾਸਤੇ ਬੰਦ ਕਰ ਦਿੱਤਾ ਹੈ ਤੇ ਹੁਣ ਸੰਭਾਵਨਾ ਬਣ ਗਈ ਹੈ ਕਿ ਵਿਧਾਨ ਸਭਾ ਦਾ ਜੋ ਬਸੰਤ ਰੁੱਤ ਦਾ ਸੈਸ਼ਨ ਹੈ ਉਹ 17 ਮਈ ਤੋਂ ਦੁਬਾਰਾ ਖੁੱਲ੍ਹੇਗਾ। ਅਲਬਰਟਾ ਦੇ ਵਿੱਚ ਰੋਜ਼ਾਨਾ ਹੀ ਲਗਭਗ 2000 ਦੇ ਕਰੀਬ ਨਵੇਂ ਜੋ ਕੋਰੋਨਾ ਵਾਇਰਸ ਦੇ ਕੇਸ ਨੇ ਉਹ ਸਾਹਮਣੇ ਆਉਂਦੇ ਨੇ। ਹਾਲ ਦੀ ਘੜੀ ਉਸ ਪ੍ਰੋਵਿੰਸ ਦੇ ਵਿੱਚ 22500 ਦੇ ਕਰੀਬ ਐਕਟਿਵ ਪੇਸ਼ੈਂਟਸ ਮੌਜੂਦ ਨੇ। ਅਮਰੀਕਾ ਦੀ ਸਰਕਾਰ ਦੇ ਇੱਕ ਫੈਸਲੇ ਦੇ ਮੁਤਾਬਕ ਭਾਰਤ ਤੋਂ ਆਉਣ ਤੇ ਜਾਣ ਵਾਲੇ ਲੋਕਾਂ ਤੇ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਨੇ ਉਹ ਕੱਲ੍ਹ ਤੋਂ ਲਾਗੂ ਕੀਤੀਆਂ ਜਾਣਗੀਆਂ 4 ਮਈ ਤੋਂ। ਅਮਰੀਕਾ ਪਹੁੰਚਣ ਤੋਂ 2 ਹਫ਼ਤਿਆਂ ਦੇ ਸਮੇਂ ਦੇ ਦੌਰਾਨ ਜੇ ਕੋਈ ਵਿਅਕਤੀ ਇੰਡੀਆ ਦੇ ਵਿੱਚ ਰਹੇ ਹੋਣਗੇ ਤੇ ਉਹ ਅਮਰੀਕਾ ਦੇ ਵਿੱਚ ਦਾਖਲ ਨਹੀਂ ਕੀਤੇ ਜਾ ਸਕਣਗੇ। ਅਮਰੀਕਾ ਦੇ ਨਾਗਰਿਕਾਂ ਤੇ ਉੱਥੋਂ ਦੇ ਗ੍ਰੀਨ ਕਾਰਡ ਹੋਲਡਰਜ਼ ਨੂੰ ਇਹਨਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਖਬਰਾਂ ਦੇ ਬੁਲੇਟਿਨ ਨਾਲ ਜੁੜੇ ਸੀ, ਮੈਂ ਹਾਂ ਸਤਪਾਲ ਸਿੰਘ ਜੌਲ।